ਸਤਿ ਸ੍ਰੀ ਅਕਾਲ। ਪ੍ਰਕਿਰਤੀ ਬਾਰੇ ਕਦੇ ਵੀ ਨੈਗੇਟਿਵ ਸ਼ਬਦ ਨਾ ਬੋਲੋ। ਅਸੀਂ ਸਭ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹਾਂ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਦੁਨੀਆ ਵਿੱਚ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਇਨਸਾਨ ਹੋਵੇਗਾ ਜੋ ਆਪਣੀ ਮਾਂ ਨਾਲ ਪਿਆਰ ਨਹੀਂ ਕਰਦਾ ਹੋਵੇਗਾ। ਪਰ ਆਪਣੀ ਮਾਂ ਦੇ ਨਾਲ ਨਾਲ ਅਸੀਂ ਪ੍ਰਕਿਰਤੀ ਮਾਂ, ਜੋ ਕਿ ਸਾਡੇ ਜੀਵਨ ਵਿੱਚ ਇੱਕ ਬਹੁਤ ਪਿਆਰਾ ਅਣਥੱਕ ਰੋਲ ਨਿਭਾਉਂਦੀ ਹੈ, ਉਸ ਦੇ ਯੋਗਦਾਨ ਨੂੰ ਅਸੀਂ ਭੁੱਲ ਜਾਂਦੇ ਹਾਂ। ਇਹ ਇਸ ਲਈ ਹੁੰਦਾ ਹੈ ਕਿ ਆਪਣੇ ਆਪ ਨੂੰ 21ਵੀਂ ਸਦੀ ਦਾ ਮਾਨਵ ਸਮਝਣੇ ਵਾਲੇ ਜ਼ਿਆਦਾ ਲੋਕ ਮਾਂ ਪ੍ਰਕਿਰਤੀ ਤੋਂ ਮੀਲਾਂ ਦੂਰ ਹੋ ਕੇ ਨਵੀਆਂ ਸਹੂਲਤਾਂ ਵਿੱਚ ਜੀਵਨ ਜੀਣ ਲੱਗ ਜਾਂਦੇ ਹਨ। ਏਅਰ ਕੰਡੀਸ਼ਨ ਦੀ ਬਨਾਵਟੀ ਠੰਡ ਵਿੱਚ ਸਾਰਾ ਦਿਨ ਬੈਠ ਕੇ ਅਸੀਂ ਹਵਾ ਦੀ ਸਰਸਰਾਹਟ ਦੇ ਨਾਲ ਨਾਲ ਪੱਤੀਆਂ ਦੀ ਟਕਰਾਹਟ ਨੂੰ ਸੁਣਦੇ ਹੋਏ ਦਿਸ਼ਾਹੀਨ ਹੋ ਕੇ ਪ੍ਰਕਿਰਤੀ ਦੇ ਆਂਚਲ ਵਿੱਚ ਖੋ ਜਾਣੇ ਦਾ ਲੁਤਫ ਉਠਾਉਣਾ ਜਿਸ ਤਰ੍ਹਾਂ ਭੁੱਲ ਹੀ ਗਏ ਹਾਂ। ਆਪਣੇ ਚੁਣੇ ਹੋਏ ਸਵਾਰਥੀ ਸੰਬੰਧਾਂ ਦੇ ਜਾਲ ਵਿੱਚ ਫਸ ਕੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਵਾਸਤਵ ਵਿੱਚ ਪ੍ਰਕਿਰਤੀ ਹੀ ਸਾਡੀ ਸੱਚੀ ਸਾਥੀ ਹੈ, ਕਿਉਂਕਿ ਜਦੋਂ ਕੋਈ ਸਾਡੇ ਨਾਲ ਨਹੀਂ ਹੁੰਦਾ ਹੈ ਤਾਂ ਸਿਰਫ ਮਾਂ ਪ੍ਰਕਿਰਤੀ ਦਾ ਆਂਚਲ ਹੀ ਸਾਨੂੰ ਆਪਣੀ ਮਮਤਾ ਨਾਲ ਦੁਲਾਰਦਾ ਹੈ। ਬੇਸ਼ੱਕ ਅਸੀਂ ਮਨੁੱਖ ਆਪਣੇ ਜੀਵਨ ਦੀ ਭੱਜ ਦੌੜ ਵਿੱਚ ਮਾਂ ਪ੍ਰਕਿਰਤੀ ਨੂੰ ਭੁਲਾ ਦਿੰਦੇ ਹਾਂ, ਪਰ ਉਹ ਹਮੇਸ਼ਾ ਆਪਣੇ ਹੋਣੇ ਦਾ ਅਹਿਸਾਸ ਹਰ ਰੋਜ਼ ਹਰ ਪਲ ਕਰਾਉਂਦੀ ਰਹਿੰਦੀ ਹੈ। ਪ੍ਰਕਿਰਤੀ ਅਤੇ ਉਸ ਦੇ ਮੌਸਮ ਸਾਨੂੰ ਇਹ ਸਿਖਾਉਂਦੇ ਹਨ ਕਿ ਅਸੀਂ ਬ੍ਰਹਿਮੰਡ ਵਿੱਚ ਹਰ ਇੱਕ ਤੱਤਾਂ ਦੇ ਵਿੱਚੋਂ ਇੱਕ ਸੰਤੁਲਨ ਸਮਾਜ ਹਾਂ, ਪਰ ਜਦੋਂ ਅਸੀਂ ਉਸ ਸੰਤੁਲਨ ਵਿੱਚ ਖਲਲ ਪੈਦਾ ਕਰਦੇ ਹਾਂ ਤਾਂ ਅਸੀਂ ਪ੍ਰਕਿਰਤੀ ਪ੍ਰਣਾਲੀ ਤੋਂ ਬਾਹਰ ਹੋ ਜਾਂਦੇ ਹਾਂ। ਜਿਸ ਤਰ੍ਹਾਂ ਪ੍ਰਕਿਰਤੀ ਦਾ ਛੋਟੇ ਤੋਂ ਛੋਟਾ ਕਣ ਵੀ ਪ੍ਰਕਿਰਤੀ ਦੇ ਨਿਯਮ ਦੇ ਅਧੀਨ ਹੈ, ਉਸੇ ਤਰ੍ਹਾਂ ਮਨੁੱਖ ਸ੍ਰਿਸ਼ਟੀ ਦਾ ਸੰਤੁਲਨ ਬਣਾਈ ਰੱਖਣ ਲਈ ਪਰਮਾਤਮਾ ਦੁਆਰਾ ਅਧਿਆਤਮਕ ਕਾਨੂੰਨ ਦੀ ਰਚਨਾ ਕੀਤੀ ਗਈ ਹੈ, ਜਿਸ ਦੇ ਦਾਇਰੇ ਵਿੱਚ ਜੀਵਨ ਜੀਣਾ ਸਾਨੂੰ ਸਾਰੀਆਂ ਮਨੁੱਖ ਆਤਮਾਵਾਂ ਲਈ ਜ਼ਰੂਰੀ ਹੈ। ਜੇ ਅਸੀਂ ਪ੍ਰਕਿਰਤੀ ਦੇ ਕਾਨੂੰਨਾਂ ਦਾ ਉਲੰਘਣ ਕਰਦੇ ਹਾਂ ਤਾਂ ਸਾਡੀ ਆਤਮਾ ਬੇਚੈਨ ਅਤੇ ਅਸ਼ਾਂਤ ਹੋ ਜਾਂਦੀ ਹੈ। ਇਸ ਲਈ ਜਦੋਂ ਅਸੀਂ ਪ੍ਰੇਮ ਅਤੇ ਸ਼ਾਂਤੀ ਦੀ ਆਪਣੀ ਓਰੀਜਨਲ ਸ਼ਾਂਤ ਅਵਸਥਾ ਭੁਲਾ ਕੇ ਪ੍ਰਕਿਰਤੀ ਨੂੰ ਭੁੱਲ ਕੇ ਨੈਗੇਟਿਵ ਵਿਚਾਰਾਂ ਅਤੇ ਭਾਵਨਾਵਾਂ ਨਾਲ ਆਪਣੇ ਮਨ ਨੂੰ ਪ੍ਰਦੂਸ਼ਿਤ ਕਰਨ ਦੇ ਕੰਮ ਨੂੰ ਜਾਰੀ ਰੱਖਦੇ ਹਾਂ ਤਾਂ ਹੀ ਉਹ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਮਨੁੱਖ ਨੂੰ ਸੁਤੰਤਰ ਰੂਪ ਵਿੱਚ ਆਪਣੇ ਜੀਵਨ ਨੂੰ ਪਸੰਦ ਜਾਂ ਨਾਪਸੰਦ ਬਣਾਉਣ ਦਾ ਪੂਰਾ ਅਧਿਕਾਰ ਹੈ। ਅਸੀਂ ਜਾਂ ਤਾਂ ਜ਼ਿਆਦਾ ਲੋਕਾਂ ਦੀ ਤਰ੍ਹਾਂ ਜੀਵਨ ਭਰ ਸਾਰੀਆਂ ਚੀਜ਼ਾਂ ਦੀ ਨਿੰਦਿਆ ਅਤੇ ਸ਼ਿਕਾਇਤ ਕਰਦੇ ਜੀਵਨ ਬਤੀਤ ਕਰ ਸਕਦੇ ਹਾਂ, ਜਾਂ ਫਿਰ ਹਿੰਮਤ ਕਰਕੇ ਉਹਨਾਂ ਦੇ ਵਿਰੁੱਧ ਪ੍ਰਕਿਰਤੀ ਦੇ ਨਾਲ ਸਹਿਮਤ ਹੋ ਕੇ ਹੋਰਨਾਂ ਲਈ ਵੀ ਇੱਕ ਨਵਾਂ ਸੁੰਦਰ ਮਾਰਗ ਬਣਾ ਸਕਦੇ ਹਾਂ। ਕਿਉਂਕਿ ਅਖੀਰ ਵਿੱਚ ਅਸੀਂ ਕਿਸ ਤਰ੍ਹਾਂ ਦਾ ਜੀਵਨ ਜਿਉਂਦੇ ਹਾਂ, ਉਸ ਦਾ ਸੰਪੂਰਨ ਮਦਾਰ ਸਾਡੇ ਦੁਆਰਾ ਪੈਦਾ ਕੀਤੇ ਵਿਚਾਰਾਂ 'ਤੇ ਹੀ ਨਿਰਭਰ ਕਰਦਾ ਹੈ। ਸਿਆਣਾਪਨ ਸਹੀ ਵਿਚਾਰ ਚੁਣਨ ਵਿੱਚ ਹੀ ਹੈ, ਨਾ ਕਿ ਗਲਤ ਵਿਚਾਰਾਂ ਦੇ ਜਾਲ ਵਿੱਚ ਫਸ ਕੇ ਬਾਅਦ ਵਿੱਚ ਬਾਹਰ ਨਿਕਲਣ ਦਾ ਰਸਤਾ ਲੱਭਣ ਵਿੱਚ ਹੈ। ਯਾਦ ਰੱਖੋ, ਖੁਸ਼ਮਿਜਾਜ ਲੋਕ ਆਪਣੀਆਂ ਕਮੀਆਂ ਉੱਪਰ ਧਿਆਨ ਦੇਣ ਦੀ ਬਜਾਏ ਆਪਣੀ ਆਂਤਰਿਕ ਤਾਕਤ ਦੇ ਉੱਪਰ ਆਪਣਾ ਧਿਆਨ ਕੇਂਦਰ ਕਰਦੇ ਹਨ। ਇਸੇ ਤਰ੍ਹਾਂ ਉਹ ਜੀਵਨ ਵਿੱਚ ਹੋਣ ਵਾਲੇ ਨੁਕਸਾਨ ਤੋਂ ਮੂੰਹ ਮੋੜ ਕੇ ਆਪਣੀ ਬੁੱਧੀ ਨੂੰ ਫਾਇਦਾ ਹੋਣ ਵਾਲੇ ਕੰਮ 'ਤੇ ਆਪਣਾ ਧਿਆਨ ਕੇਂਦਰਿਤ ਕਰਦੇ ਹਨ। ਇਸ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਦੇ ਨਾਲ ਸੰਪਰਕ ਬਣਾਉਣ ਲਈ ਆਪਣੀ ਆਂਤਰਿਕ ਪ੍ਰਕਿਰਤੀ ਦੇ ਚੱਕਰ ਉਤਰਾਵ ਚੜਾਵ ਨੂੰ ਪਹਿਚਾਨਣ ਦੀ ਲੋੜ ਹੈ, ਤਾਂ ਕਿ ਅਸੀਂ ਮਾਂ ਪ੍ਰਕਿਰਤੀ ਦੇ ਨਾਲ ਸਦਭਾਵ ਨਾਲ ਰਹਿ ਕੇ ਉਸ ਦੀ ਰਿਸਪੈਕਟ ਕਰਕੇ ਆਪਣੇ ਜੀਵਨ ਨੂੰ ਖੁਸ਼ਹਾਲ ਅਤੇ ਤਣਾਅ ਮੁਕਤ ਰੱਖ ਸਕੀਏ। ਹਵਾ, ਮੀਂਹ, ਧੁੱਪ, ਠੰਡ ਤੋਂ ਜੋ ਸਾਨੂੰ ਲਾਭ ਹੁੰਦਾ ਹੈ ਉਸ ਬਾਰੇ ਪੋਜ਼ੀਟਿਵ ਹੀ ਬੋਲੋ, ਨਹੀਂ ਤਾਂ ਚੁੱਪ ਰਹੋ। ਬਾਹਰ ਤਾਂ ਹਵਾ ਨੇ ਕਹਿਰ ਲਿਆਂਦਾ ਹੋਇਆ ਹੈ, ਮੀਂਹ ਨੇ ਤਾਂ ਚਿੱਕੜ ਕੀਤਾ ਹੋਇਆ ਹੈ। ਇਹ ਸਭ ਨੈਗੇਟਿਵ ਗੱਲਾਂ ਹਨ। ਅੱਜ ਦੀ ਕਹਾਣੀ ਹੈ, ਦੋ ਡੱਡੂ ਖੂਹ ਵਿੱਚ ਬੜੀ ਮਸਤੀ ਨਾਲ ਘੁੰਮ ਰਹੇ ਸੀ। ਦੋਨੋਂ ਆਪਣੀ ਪੂਛ ਹਿਲਾਉਂਦੇ ਅਤੇ ਬਾਕੀ ਮੇਂਢਕਾਂ ਨੂੰ ਆਪਣਾ ਖੇਲ ਦਿਖਾ ਰਹੇ ਸਨ। ਉਹਨਾਂ ਦੀਆਂ ਸ਼ੈਤਾਨੀਆਂ ਦੇਖ ਕੇ ਇੱਕ ਡੱਡੂ ਬੋਲਿਆ, ਜਿੰਨੀ ਪੂਛ ਹਿਲਾਉਣੀ ਹੈ ਹਿਲਾ ਲਵੋ, ਕੁਝ ਦਿਨਾਂ ਬਾਅਦ ਤਾਂ ਇਹ ਗਾਇਬ ਹੋ ਜਾਣੀ ਹੈ, ਅਤੇ ਜ਼ੋਰ ਨਾਲ ਹੱਸ ਪਿਆ। ਇਹ ਸੁਣ ਕੇ ਬਾਕੀ ਮੇਂਢਕ ਵੀ ਹੱਸਣ ਲੱਗ ਪਏ। ਉਹ ਡੱਡੂਆਂ ਦਾ ਜੋੜਾ ਆਪਣੀ ਮਾਂ ਕੋਲ ਗਏ ਅਤੇ ਉਸ ਮੇਂਢਕ ਦੀ ਗੱਲ ਸੁਣਾਉਂਦੇ ਹੋਏ ਬੋਲੇ, ਮਾਂ, ਕੀ ਸੱਚਮੁੱਚ ਸਾਡੀ ਪੂਛ ਗਾਇਬ ਹੋ ਜਾਵੇਗੀ? ਮਾਂ ਬੋਲੀ, ਹਾਂ, ਇਹ ਪ੍ਰਕਿਰਤੀ ਦਾ ਨਿਯਮ ਹੈ। ਜਦੋਂ ਅਸੀਂ ਪੈਦਾ ਹੁੰਦੇ ਹਾਂ ਸਾਡੀ ਛੋਟੀ ਜਿਹੀ ਪੂਛ ਹੁੰਦੀ ਹੈ,
ਪਰ ਸਮੇਂ ਦੇ ਨਾਲ ਅਸੀਂ ਵੱਡੇ ਹੋ ਜਾਂਦੇ ਹਾਂ ਤਾਂ ਇਹ ਪੂਛ ਗਾਇਬ ਹੋ ਜਾਂਦੀ ਹੈ ਅਤੇ ਸਾਡੇ ਪੈਰ ਨਿਕਲ ਆਉਂਦੇ ਹਨ। ਤਾਂ ਅਸੀਂ ਖੂਹ ਦੇ ਬਾਹਰ ਵੀ ਜਾ ਸਕਦੇ ਹਾਂ, ਲੰਬੀਆਂ ਲੰਬੀਆਂ ਛਾਲਾਂ ਮਾਰ ਸਕਦੇ ਹਾਂ ਅਤੇ ਕੀੜੇ ਮਕੌੜੇ ਖਾ ਸਕਦੇ ਹਾਂ। ਮਾਂ ਦੀ ਗੱਲ ਸੁਣ ਕੇ ਪਹਿਲੇ ਡੱਡੂ ਨੇ ਮਨ ਵਿੱਚ ਸੋਚਿਆ, ਇਸ ਤੋਂ ਪਹਿਲਾਂ ਕਿ ਪੂਛ ਗਾਇਬ ਹੋ ਜਾਵੇ ਮੈਂ ਮਸਤੀ ਕਰ ਲੈਂਦਾ ਹਾਂ, ਤਲਾਬ ਦੇ ਕਈ ਚੱਕਰ ਲਗਾ ਲੈਂਦਾ ਹਾਂ ਅਤੇ ਇੱਕ ਤੋਂ ਵੱਧ ਕਰਤੱਵ ਕਰਕੇ ਦਿਖਾਉਂਦਾ ਹਾਂ। ਅਤੇ ਇਸ ਤਰ੍ਹਾਂ ਸੋਚ ਕੇ ਉਹ ਦੁਬਾਰਾ ਮਸਤੀ ਵਿੱਚ ਘੁੰਮਣ ਲੱਗ ਪਿਆ। ਤਾਂ ਉਸ ਦੇ ਨਾਲ ਦੇ ਡੱਡੂ ਨੇ ਸੋਚਿਆ, ਜਦੋਂ ਇਹ ਪੂਛ ਇੱਕ ਦਿਨ ਗਾਇਬ ਹੀ ਹੋ ਜਾਣੀ ਹੈ ਤਾਂ ਇਸ ਨਾਲ ਖੇਲਣੇ ਅਤੇ ਮੌਜ ਮਸਤੀ ਕਰਨ ਦਾ ਵੀ ਕੀ ਫਾਇਦਾ। ਜਦੋਂ ਪੈਰ ਨਿਕਲਣਗੇ ਫਿਰ ਮੌਜ ਮਸਤੀ ਕੀਤੀ ਜਾਵੇਗੀ। ਅਤੇ ਖੂਹ ਦੇ ਇੱਕ ਹਿੱਸੇ ਵਿੱਚ ਗੁੰਮ-ਸੁੰਮ ਹੋ ਕੇ ਰਹਿਣ ਲੱਗ ਪਿਆ। ਫਿਰ ਇੱਕ ਦਿਨ ਉਹ ਵੀ ਆਇਆ ਜਦੋਂ ਉਹ ਬੇਬੀ ਡੱਡੂ ਮੈਂਡਕ ਬਣ ਗਏ। ਦੋਨੋਂ ਕਾਫੀ ਖੁਸ਼ ਸੀ ਅਤੇ ਫੈਸਲਾ ਕੀਤਾ ਕਿ ਉਹ ਤਲਾਬ ਵਿੱਚੋਂ ਨਿਕਲ ਕੇ ਬਗੀਚੇ ਵਿੱਚ ਸੈਰ ਕਰਨ ਜਾਣਗੇ। ਪਹਿਲਾ ਮੈਂਡਕ ਕਿਨਾਰੇ 'ਤੇ ਪਹੁੰਚਾ ਅਤੇ ਤੇਜ਼ੀ ਨਾਲ ਛਾਲ ਮਾਰ ਕੇ ਬਾਹਰ ਨਿਕਲ ਗਿਆ ਅਤੇ ਦੂਸਰਾ ਮੈਂਡਕ ਛਾਲ ਮਾਰਨ ਦੀ ਕੋਸ਼ਿਸ਼ ਕਰਦਾ, ਪਰ ਛਾਲ ਲੱਗਦੀ ਹੀ ਨਹੀਂ ਸੀ, ਜਿਸ ਤਰ੍ਹਾਂ ਉਸਦੇ ਪੈਰਾਂ ਵਿੱਚ ਜਾਨ ਹੀ ਨਹੀਂ ਸੀ। ਉਹ ਘਬਰਾਇਆ ਹੋਇਆ ਆਪਣੀ ਮਾਂ ਦੇ ਕੋਲ ਪਹੁੰਚਿਆ ਅਤੇ ਘਬਰਾਏ ਹੋਇਆ ਬੋਲਿਆ, ਮਾਂ, ਮੇਰੇ ਪੈਰ ਕੰਮ ਕਿਉਂ ਨਹੀਂ ਕਰ ਰਹੇ? ਮੇਰਾ ਭਰਾ ਤਾਂ ਬੜੇ ਆਰਾਮ ਨਾਲ ਛਾਲ ਮਾਰ ਕੇ ਬਾਹਰ ਨਿਕਲ ਗਿਆ, ਪਰ ਮੇਰੇ ਕੋਲੋਂ ਇਸ ਤਰ੍ਹਾਂ ਕਿਉਂ ਨਹੀਂ ਹੋ ਰਿਹਾ? ਮਾਂ ਬੋਲੀ, ਬੇਟਾ, ਇਹ ਤੇਰੀ ਆਪਣੀ ਵਜ੍ਹਾ ਕਰਕੇ ਹੀ ਹੋਇਆ ਹੈ। ਤੂੰ ਇਹ ਸੋਚ ਕੇ ਕਿ ਇੱਕ ਦਿਨ ਪੂਛ ਤਾਂ ਚਲੀ ਹੀ ਜਾਣੀ ਹੈ, ਉਸ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਅਤੇ ਚੁੱਪਚਾਪ ਕੋਨੇ ਵਿੱਚ ਬੈਠ ਕੇ ਰਹਿਣ ਲੱਗ ਪਿਆ। ਮੇਰੇ ਸਮਝਾਣੇ 'ਤੇ ਵੀ ਤੁਸੀਂ ਨਹੀਂ ਮੰਨੇ। ਇਸੀ ਵਜ੍ਹਾ ਕਰਕੇ ਤੁਹਾਡਾ ਸਰੀਰ ਕਮਜ਼ੋਰ ਹੋ ਗਿਆ ਹੈ। ਜਿਹੜੇ ਅੰਗਾਂ ਦਾ ਵਿਕਾਸ ਚੰਗੀ ਤਰ੍ਹਾਂ ਹੋਣਾ ਚਾਹੀਦਾ ਸੀ ਉਹ ਹੋ ਨਹੀਂ ਸਕਿਆ, ਅਤੇ ਹੁਣ ਜਿਨ੍ਹਾਂ ਪੈਰਾਂ ਦਾ ਤੁਸੀਂ ਇੰਨੇ ਚਿਰ ਤੋਂ ਇੰਤਜ਼ਾਰ ਕਰ ਰਹੇ ਸੀ ਉਹ ਵੀ ਬੇਕਾਰ ਹੋ ਗਏ। ਮੈਨੂੰ ਅਫਸੋਸ ਹੈ, ਹੁਣ ਤੈਨੂੰ ਸਾਰੀ ਜ਼ਿੰਦਗੀ ਖੂਹ ਦਾ ਡੱਡੂ ਬਣ ਕੇ ਹੀ ਬਿਤਾਉਣੀ ਪਵੇਗੀ। ਇਸੇ ਤਰ੍ਹਾਂ ਕਈ ਵਾਰ ਇਸ ਵਕਤ 'ਚੋਂ ਜੋ ਸਾਡੇ ਜੀਵਨ ਵਿੱਚ ਹੋ ਰਿਹਾ ਹੈ ਉਹ ਸਾਨੂੰ ਬੇਕਾਰ ਲੱਗਦਾ ਹੈ, ਪਰ ਅੱਜ ਦੇ ਕੰਮ ਤੋਂ ਇਸ ਲਈ ਬਚਣੇ ਦੀ ਕੋਸ਼ਿਸ਼ ਨਹੀਂ ਕਰਨੀ ਕਿ ਬਾਅਦ ਵਿੱਚ ਤੁਹਾਨੂੰ ਇਹ ਕੰਮ ਨਹੀਂ ਕਰਨਾ ਪੈਣਾ ਹੈ, ਜਾਂ ਇਹ ਕੰਮ ਤੁਹਾਨੂੰ ਚੰਗਾ ਨਹੀਂ ਲੱਗਦਾ ਹੈ। ਕੰਮ ਕਰੋ ਅਤੇ ਉਸ ਦਾ ਆਨੰਦ ਲਵੋ, ਉਸ ਨੂੰ ਹੋਰ ਚੰਗੇ ਢੰਗ ਨਾਲ ਕਰਨੇ ਦੀ ਪ੍ਰੈਕਟਿਸ ਕਰੋ ਤਾਂ ਕਿ ਤੁਹਾਡੀਆਂ ਯੋਗਤਾਵਾਂ ਵਿੱਚ ਵਾਧਾ ਹੋਵੇਗਾ ਅਤੇ ਤੁਹਾਡੀ ਆਂਤਰਿਕ ਸ਼ਕਤੀ ਵੱਧਦੀ ਅਤੇ ਭਵਿੱਖ ਵਿੱਚ ਜਦੋਂ ਤੁਸੀਂ ਜ਼ਿੰਮੇਵਾਰ ਜਗ੍ਹਾ 'ਤੇ ਪਹੁੰਚੋਗੇ ਤਾਂ ਤੁਸੀਂ ਉਸ ਕੰਮ ਨੂੰ ਬਿਹਤਰੀਨ ਤਰੀਕੇ ਨਾਲ ਕਾਰਜ ਕਰਵਾ ਸਕੋਗੇ। ਨਹੀਂ ਤਾਂ ਦੂਸਰੇ ਮੈਂਡਕ ਦੀ ਤਰ੍ਹਾਂ ਤੁਸੀਂ ਵੀ ਆਪਣੀਆਂ ਸੀਮਤ ਸ਼ਕਤੀਆਂ ਨਾਲ ਖੂਹ ਦੇ ਡੱਡੂ ਬਣ ਕੇ ਰਹਿ ਜਾਵੋਗੇ। ਨੈਗੇਟਿਵ ਸੋਚਣ ਅਤੇ ਬੋਲਣ ਨਾਲ ਸਾਡੀਆਂ ਸ਼ਕਤੀਆਂ ਸੀਮਤ ਹੀ ਰਹਿ ਜਾਂਦੀਆਂ ਹਨ। ਸਤਿ ਸ੍ਰੀ ਅਕਾਲ।